ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜੋ ਅਸੀਂ ਸ਼ਬਦੀ ਵਿਚਾਰ ਕਰਨੀ ਹੈ, ਆਓ ਸਭ ਤੋਂ ਪਹਿਲਾਂ ਉਸ ਦੇ ਉਚਾਰਨ ਵੱਲ ਧਿਆਨ ਦਈਏ ਜੀ। ਤੁਖਾਰੀ ਮਹਿਲਾ ਪਹਿਲਾ। ਭੋਲਾ ਵੜੈ ਭੁੱਲੀ, ਪੁਲ ਪੁਲ ਪਛੋਤਾਣੀ। ਫਿਰ ਛੋੜਿਅੜੀ ਸੁਤੀ, फिर की सार न जानी। फिर छोड़ी सुती अवगण मुती, तिस धन विधन राते। काम क्रोध अहंकार विगुती, हूँ मैं लगी ताते। उडर हंस चलिया फरमाया, पसम समाणी। नानक सच्चे नाम विहुणी, पुल पुल पछोताणी। नानक सच्चे नाम विहुणी, पुल पुल पछोताणी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਬਦ ਵੈਸੇ 4 ਪਦਿਆਂ ਦਾ ਹੈ ਜੀ। ਅਸੀਂ ਇਸ ਵੇਲੇ ਇੱਕ ਪਦਾ ਲਿੱਤਾ ਦਾ ਪਹਿਲਾ ਪਦਾ ਲਿੱਤਾ ਹੈ, ਤੇ ਉਸ ਦੀ ਅਸੀਂ ਵਿਚਾਰ ਕਰਾਂਗੇ ਇਸ ਵੀਡੀਓ ਵਿੱਚ। ਗੁਰੂ ਸਾਹਿਬ ਸਿਰ ਤੇ ਮਿਹਰ ਭਰਾ ਹੱਥ ਰੱਖ ਕੇ ਵਿਚਾਰ ਕਰਾ ਲੈਣ। ਤੇ ਸਭ ਤੋਂ ਪਹਿਲਾਂ ਜਿਹੜੀ ਇਹ ਤੁਕ ਆਈ ਹੈ ਇਹਦੇ ਵਿੱਚੋਂ ਆਈ ਹੈ ਜੀ, ਭੋਲਾ ਵੜੈ ਭੁੱਲੀ, ਪੁਲ ਪੁਲ ਪਛੋਤਾਣੀ। ਭੋਲਾ ਵੜਾ ਹੁੰਦਾ ਹੈ, ਭਾਵ ਕਿ ਜਿਵੇਂ ਇੱਕ ਭੋਲਾ ਜਿਹਾ ਭੋਲਾਪਣ ਹੁੰਦਾ ਹੈ ਕਿ ਪਤਾ ਹੀ ਨਹੀਂ ਸੀਗਾ, ਜਿਵੇਂ ਅਣਜਾਣਪਣ ਵੀ ਅਸੀਂ ਉਸ ਨੂੰ ਕਈ ਵਾਰ ਕਹਿ ਸਕਦੇ ਹਾਂ। ਤੇ ਅਣਜਾਣਪਣੇ ਵਿੱਚ ਭੁੱਲ ਗਈ। ਕਿਹਨੂੰ ਭੁੱਲ ਗਈ? ਇੱਕ ਜੀਵ ਇਸਤਰੀ ਜਿਹੜੀ ਹੈ ਉਹ ਉਸ ਨੂੰ ਭੁੱਲ ਗਈ, ਜਿਸ ਨੂੰ ਉਸ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਸੀ, ਜਿਸ ਨੇ ਉਸ ਨੂੰ ਇਸ ਜੱਗ ਤੇ ਭੇਜਿਆ। ਯਾਨੀ ਕਿ ਉਸ ਅਕਾਲ ਪੁਰਖ ਨੂੰ, ਆਪਣੇ ਪਤੀ ਪਰਮੇਸ਼ਰ ਨੂੰ ਭੁੱਲ ਗਈ। ਠੀਕ ਹੈ ਜੀ। ਤੇ ਫਿਰ ਹੋਇਆ ਕੀ ਜੀ? ਭੁੱਲ ਭੁੱਲ ਪਛੋਤਾਣੀ। ਹੁਣ ਭੁੱਲ ਕੇ ਉਹ ਪਛਤਾ ਰਹੀ ਹੈ ਕਿ ਮੈਂ ਕਿਉਂ ਭੁੱਲੀ, ਮੈਂ ਕਿਉਂ ਭੁੱਲੀ। ਕਿਉਂਕਿ ਉਸ ਨੂੰ ਉਹਦੀ ਅਹਿਮੀਅਤ ਸਮਝ ਆ ਰਹੀ ਹੈ, ਤੇ ਇਸ ਕਰਕੇ ਜੀਵ ਇਸਤਰੀ ਇਹ ਗੱਲ ਨੂੰ ਕਬੂਲ ਰਹੀ ਹੈ ਕਿ ਭੋਲਾ ਵੜੈ ਭੁੱਲੀ। ਭੋਲੇਪਨ ਵਿੱਚ, ਅਣਜਾਣਪੁਣੇ ਵਿੱਚ ਮੈਂ ਤੇ ਭੁੱਲ ਹੀ ਗਈ। ਮੈਂ ਤੇ ਪਾਠ ਕਰਨਾ ਭੁੱਲ ਗਈ, ਮੈਂ ਨਿਤਨੇਮ ਭੁੱਲ ਗਈ, ਤੇ ਹੋਰ ਦੂਜੇ ਕੰਮਾਂ ਵਿੱਚ ਲੱਗ ਗਈ। ਹੁਣ ਕੀ ਹੋ ਰਿਹਾ ਜੀ? ਜਦ ਜੀਵਨ ਜਿਹੜਾ ਹੈ ਦੁੱਖਾਂ ਨਾਲ ਭਰ ਰਿਹਾ, ਰੋਜ਼ ਰੋਜ਼ ਨਵੇਂ ਤੋਂ ਨਵੇਂ ਦੁੱਖ ਜਿਹੜੇ ਆ ਕੇ ਘੇਰ ਰਹੇ ਹਨ, ਤੇ ਹੁਣ ਮੈਨੂੰ ਲੱਗ ਰਿਹਾ, ਮਹਿਸੂਸ ਹੋ ਰਿਹਾ ਕਿ ਮੈਂ ਗਲਤੀ ਕਰ ਲਈ। ਭੁੱਲ ਭੁੱਲ ਪਛਤਾਵਣੀ। ਹੋਇਆ ਕੀ ਸੀਗਾ? ਫਿਰ ਛੋੜਿਅੜੀ ਸੁੱਤੀ। ਕਿ ਸੁੱਤੀ ਹੋਈ ਭਾਵ ਗੁਰੂ ਦੇ ਪੱਖੋਂ ਕਹਿ ਸਕਦੇ ਹਾਂ ਕਿ ਸੁੱਤਾ ਹੋਇਆ ਮਨੁੱਖ, ਸੁੱਤੀ ਹੋਈ ਜੀਵ ਆਤਮਾ ਜਿਹੜੀ ਹੈ, ਉਹਨੇ ਕੀ ਕੀਤਾ? ਪਿਰ ਹੁੰਦਾ ਪਤੀ, ਹੈ ਨਾ, ਪਤੀ ਪਰਮੇਸ਼ਰ। ਜਿਵੇਂ ਕਿ ਅਸੀਂ ਕਈ ਵਾਰ ਦੱਸਿਆ ਜਾਂਦਾ ਹੈ ਕਿ ਅਸੀਂ ਉਸ ਨੂੰ ਅਲੱਗ-ਅਲੱਗ ਤਰੀਕੇ ਨਾਲ ਸੰਬੋਧਿਤ ਕਰਦੇ ਹਾਂ ਪਰਮਾਤਮਾ ਨੂੰ, ਤੇ ਇੱਥੇ ਪਤੀ ਦੇ ਵਜੋਂ ਸੰਬੋਧਿਤ ਕੀਤਾ ਜਾ ਰਿਹਾ ਉਸ ਨੂੰ। ਤੇ ਫਿਰ ਉਹਦੇ ਸੰਬੋਧਨ ਵਜੋਂ ਯੂਜ਼ ਕੀਤਾ ਗਿਆ ਹੈ ਪਰਮਾਤਮਾ ਜਿਹੜਾ ਹੈ ਇੱਥੇ। ਜਿਹੜਾ ਅਸੀਂ ਇੱਕ ਜੀਵ ਆਤਮਾ ਹਾਂ, ਭਾਵ ਇੱਕ ਇਸਤਰੀ ਹਾਂ, ਤੇ ਪਰਮਾਤਮਾ ਸਾਡਾ ਪਤੀ ਹੈ। ਤੇ ਅਸੀਂ ਕੀ ਕੀਤਾ ਜੀ? ਅਸੀਂ ਉਸ ਪਤੀ ਪਰਮੇਸ਼ਰ ਨੂੰ ਭੁੱਲ ਗਏ। ਫਿਰ ਛੋੜਿਅੜੀ ਭਾਵ ਕਿ ਭੁੱਲ ਗਏ। ਸਿੰਬਲ ਜਿਹੜਾ ਆਪਣਾ ਕਹਿ ਸਕਦੇ ਹਾਂ ਚੇਤੇ ਤੋਂ ਨਿਕਾਲ ਦਿੱਤਾ, ਉਹਦੀ ਯਾਦ ਨਿਕਲ ਗਈ। ਤੇ ਕੀ ਹੋਇਆ? ਭੁੱਲ ਗਏ। ਅਸੀਂ ਕਿਉਂ ਭੁੱਲ ਗਏ? ਕਿਉਂਕਿ ਅਸੀਂ ਵਿਕਾਰਾਂ ਵਿੱਚ ਫਸੇ ਹੋਏ ਹਾਂ, ਤੇ ਪਤੀ ਦੇ ਤਰਫੋਂ ਕਹਿ ਸਕਦੇ ਕਿ ਸੁੱਤੇ ਹੋਏ ਹਾਂ। ਫਿਰ ਛੋੜਿਅੜੀ ਸੁੱਤੀ, ਫਿਰ ਕੀ ਸਾਰ ਨਾ ਜਾਣੀ। ਹੁਣ ਇਸ ਸੁੱਤੀ ਹੋਈ ਜੀਵ ਆਤਮਾ ਨੇ ਕੀ ਕੀਤਾ ਜੀ? ਫਿਰ ਕੀ ਸਾਰ ਹੀ ਨਹੀਂ ਜਾਣੀ, ਭਾਵ ਉਸ ਨੂੰ ਸਮਝ ਹੀ ਨਹੀਂ ਸਕੀ ਕਿ ਉਹ ਆਖਿਰ ਉਹਦੀ ਕਹਿ ਸਕਦੇ ਹਾਂ ਕਿ ਹੋਂਦ ਜਿਹੜੀ ਹੈ ਉਸ ਦਾ ਆਨੰਦ ਹੀ ਨਹੀਂ ਲੈ ਪਾਈ। ਉਸ ਨੂੰ ਸਮਝ ਹੀ ਨਹੀਂ ਸਕੀ ਕਿ ਉਹਦੀ ਮੇਰੀ ਜ਼ਿੰਦਗੀ ਵਿੱਚ
ਅਹਿਮੀਅਤ ਕੀ ਹੈ। ਪਰ ਜਿਵੇਂ ਇਹਨੇ ਉਸ ਨੂੰ ਛੱਡਿਆ, ਇਹਨੂੰ ਸਮਝ ਆਈ ਗੱਲ ਦੀ। ਜਦੋਂ ਵਿਕਾਰਾਂ ਨੇ ਆ ਕੇ ਚੋਟ ਮਾਰੀ, ਇਹਨੂੰ ਆਈ ਗੱਲ ਸਮਝ ਦੀ। ਜਦੋਂ ਦੁੱਖਾਂ ਨੇ ਆ ਕੇ ਘੇਰ ਲਿਆ ਤੇ ਇਹਨੂੰ ਗੱਲ ਆਈ ਸਮਝ ਕਿ ਮੈਂ ਕੀ ਕਰ ਗਈ। ਫਿਰ ਛੋਟੀ ਸੁੱਤੀ ਅਵਗਣ ਮੁੱਤੀ ਤਿਸ ਧਨ ਵਿਦਣ ਰਾਤੇ। ਉਹਨਾਂ ਨੇ ਕੀ ਕੀਤਾ ਜੀ, ਫਿਰ ਛੋਟੀ ਸੁੱਤੀ, ਇਸਨੇ ਸੁੱਤੀ ਹੋਈ ਨੇ ਭਾਵ ਕਿਉਂਕਿ ਜਿਹੜੀ ਨਾਮ ਪੱਖੋਂ ਨਹੀਂ ਜਾਗ ਰਹੀ, ਉਸ ਪਰਮਾਤਮਾ ਦੇ ਪੱਖੋਂ ਨਹੀਂ ਜਾਗ ਰਹੀ, ਤੇ ਉਹ ਕੀ ਹੈ ਜੀ, ਉਸ ਨੂੰ ਰੱਬ ਇਹ ਨਹੀਂ ਕਹਿੰਦਾ ਕਿ ਉਹ ਜਾਗ ਰਿਹਾ, ਉਹਨੂੰ ਗੁਰਬਾਣੀ ਕਹਿੰਦੀ ਕਿ ਉਹ ਤੇ ਸੁੱਤਾ ਹੋਇਆ ਹੈ, ਉਹਨੂੰ ਹੋਸ਼ ਹੀ ਨਹੀਂ ਹੈ, ਉਹ ਬੇਹੋਸ਼ ਹੈ, ਉਹ ਮਾਇਆ ਵਿੱਚ ਫਸਿਆ ਹੋਇਆ। ਫਿਰ ਛੋਟੀ ਸੁੱਤੀ ਅਵਗਣ ਮੁੱਤੀ, ਤੇ ਇੱਕ ਤੇ ਇਹਨੇ ਕੀ ਕੀਤਾ, ਸੁੱਤੀ ਹੋਈ ਨੇ ਭਾਵ ਵਿਕਾਰਾਂ ਵਿੱਚ, ਵਿਕਾਰਾਂ ਵਜੋਂ ਜਿਹੜੀ ਹੈ ਜਾਗੀ ਹੋਈ ਹੈ, ਵਿਕਾਰਾਂ ਦੀ ਸਮਝ ਹੈ ਪਰ ਪਰਮਾਤਮਾ ਦੀ ਕੋਈ ਸਮਝ ਨਹੀਂ, ਇਸ ਲਈ ਹੈ ਸੁੱਤੀ ਹੋਈ ਹੈ। ਤੇ ਨਾਲ ਦੇ ਨਾਲ ਹੀ ਅਵਗੁਣ ਮੁੱਤੀ, ਕਿ ਅਵਗੁਣ ਜਿਹੜੇ ਨੇ ਹੁਣ ਇਹਦੇ ਅੰਦਰ ਕਹਿ ਸਕਦੇ ਹਾਂ ਕਿ ਉਹ ਵੀ ਭਰੇ ਹੋਏ ਨੇ, ਅਵਗੁਣਾਂ ਵਿੱਚ ਵੀ ਫਸੀ ਹੋਈ ਹੈ, ਕਿਉਂਕਿ ਗੁਣ ਹੁਣ ਇਹਨੂੰ ਕੋਈ ਮਿਲ ਨਹੀਂ ਰਿਹਾ, ਕੋਈ ਗੁਣ ਜਿਹਦੇ ਕੋਲ ਮਿਲਣਾ ਉਹਨੂੰ ਤਾਂ ਇਹਨੇ ਵਿਸਾਰ ਦਿੱਤਾ। ਤੇ ਹੁਣ ਯਾਰ ਦੋਸਤ ਸਗੇ ਸੰਬੰਧੀ ਜਿਹੜੇ ਬਣਾਏ ਨੇ, ਉਹ ਸਾਰੇ ਕੀ ਕਰਦੇ ਨੇ ਜੀ, ਹੋਰ ਤੇ ਹੋਰ ਨਵੇਂ ਤੋਂ ਨਵੇਂ ਅਵਗੁਣ ਹੋਰ ਇਹਦੇ ਅੰਦਰ ਭਰੀ ਜਾਂਦੇ ਨੇ, ਤੇ ਹੋਰ ਰੋਜ਼ ਫਸੀ ਜਾਂਦੀ ਹੈ। ਤਿਸ ਧਨ ਵਿਦਣ ਰਾਤੇ, ਤੇ ਇਹ ਜੋ ਹੁਣ ਧਨ ਹੈ ਭਾਵ ਤਿਸ ਧਨ ਭਾਵ ਉਸ ਇਸਤਰੀ, ਇੱਥੇ ਹੁਣ ਜੋ ਧਨ ਹੈ ਇਹਦਾ ਜਿਹੜਾ ਅਰਥ ਹੈ ਉਹ ਹੈ ਇਸਤਰੀ। ਹੁਣ ਉਹ ਜੋ ਇਸਤਰੀ ਹੈ ਭਾਵ ਅਸੀਂ ਜੋ ਹਾਂ, ਵਿਦਣ ਰਾਤੇ ਭਾਵ ਵਿਦਣ ਹੋ ਗਿਆ ਔਖੀ, ਰਾਤੇ ਭਾਵ ਹੋ ਗਿਆ ਰਾਤ, ਤੇ ਹੁਣ ਜਿਹੜੀ ਰਾਤ ਹੈ ਉਹ ਹੁਣ ਰਾਤ ਕੱਢਣੀ ਵੀ ਔਖੀ ਹੋ ਗਈ ਹੈ। ਅਜਿਹੀ ਹਾਲਤ ਹੋ ਗਈ ਹੈ ਕਿ ਇਹ ਹੁਣ ਇਸ ਨੂੰ ਇੱਕ ਰਾਤ ਨਾਲ ਅਸੀਂ ਸਮਝੀਏ। ਇੱਥੇ ਰਾਤ ਦਾ ਜਿਹੜਾ ਭਾਵ ਅਰਥ ਹੈ ਉਹ ਰਾਤ ਭਾਵ ਸਾਡੀ ਪੂਰੀ ਜ਼ਿੰਦਗੀ ਦੀ ਰਾਤ। ਹੁਣ ਜਿਹੜੀ ਪੂਰੀ ਜ਼ਿੰਦਗੀ ਹੈ ਨਾ, ਉਹ ਹੁਣ ਔਖੀ ਹੋਈ ਪਈ ਹੈ, ਇਸ ਕਰਕੇ ਕਿਉਂਕਿ ਅਸੀਂ ਪਰਮਾਤਮਾ ਨੂੰ ਭੁੱਲ ਗਏ ਹਾਂ ਤੇ ਚੈਨ ਨਹੀਂ ਆ ਰਿਹਾ। ਲੱਗ ਰਿਹਾ ਕਿ ਹਾਂਜੀ ਇਹ ਕੰਮ ਕੀਤਾ, ਥੋੜੀ ਦੇਰ ਵਾਸਤੇ ਖੁਸ਼ੀ ਹੋਈ, ਪਰ ਫਿਰ ਉੱਥੇ ਦੇ ਉੱਥੇ ਫਿਰ ਸੁੱਕੇ ਦੇ ਸੁੱਕੇ, ਕੋਈ ਜ਼ਿੰਦਗੀ ਜਿਹੜੀ ਹੈ ਉਹਦੇ ਵਿੱਚ ਕੋਈ ਕਹਿ ਸਕਦੇ ਆ ਕਿ ਅੰਦਰੋਂ ਦੀ ਖੇੜਾ, ਕੋਈ ਕੁਛ ਨਵਾਂ ਮਾਹੌਲ ਬਣ ਹੀ ਨਹੀਂ ਰਿਹਾ, ਬਾਰ-ਬਾਰ ਬਸ ਦੁਖੀ ਹੋਈ ਜਾਂਦੀ। ਤੇ ਹੁਣ ਜਿਹੜੀ ਇਹ ਜ਼ਿੰਦਗੀ ਜਿਹੜੀ ਕਹਿੰਦੇ ਜ਼ਿੰਦਗੀ ਦੀ ਜਿਹੜੀ ਰਾਤ ਹੈ ਨਾ, ਇਹ ਗੁਜ਼ਾਰਨੀ ਹੀ ਔਖੀ ਹੋ ਗਈ ਹੈ। ਹੁਣ ਜੀਣ ਦਾ ਮਕਸਦ ਹੀ ਨਹੀਂ ਲੱਗ ਰਿਹਾ ਕਿ ਜੀਣਾ ਕਿਸ ਲਈ ਹੈ, ਕਿਉਂਕਿ ਪਰਮਾਤਮਾ ਨੂੰ ਭੁੱਲ ਗਏ। ਤੇ ਹੁਣ ਬਾਰ-ਬਾਰ ਦੁਖੀ ਹੁੰਦਾ, ਪਰੇਸ਼ਾਨ ਹੁੰਦਾ, ਇਹਨੂੰ ਸਮਝ ਨਹੀਂ ਆਉਂਦੀ ਹੁਣ ਕਰਾਂ ਕੀ, ਹੈ ਨਾ। ਤੇ ਇਸ ਕਾਰਨ ਇਸ ਨੂੰ ਜ਼ਿੰਦਗੀ ਹੁਣ ਜਿਹੜੀ ਹੈ ਔਖੀ ਇਹਦੀ ਲੰਘ ਰਹੀ ਹੈ, ਇਹਨੂੰ ਔਖਾ ਲੱਗ ਰਿਹਾ, ਜੀਣਾ ਵੀ ਔਖਾ ਲੱਗ ਰਿਹਾ, ਕਿਉਂਕਿ ਉਹ ਪਰਮਾਤਮਾ ਨੂੰ ਭੁੱਲ ਕੇ ਇਹ ਅਵਗੁਣਾਂ ਵਿੱਚ ਫਸੀ ਹੈ, ਵਿਕਾਰਾਂ ਵਿੱਚ ਫਸੀ ਹੋਈ ਹੈ। ਕਾਮ ਕ੍ਰੋਧ ਅਹੰਕਾਰ ਵਿਗੁੱਤੀ, ਹੁਣ ਇਸਨੇ ਕੀ ਕੀਤਾ ਜੀ, ਜਿੱਥੇ ਇਹਨੂੰ ਸਤ ਸੰਤੋਖ ਵਿਚਾਰ ਦਾ ਧਾਰਨ ਨਹੀਂ ਬਣਨਾ ਸੀ, ਗੁਰੂ ਸਾਹਿਬ ਸਾਨੂੰ ਕਹਿੰਦੇ ਨਾ, ਤੇ ਲੇਕਿਨ ਇੱਥੇ ਕੀ ਕੀਤਾ ਜੀ, ਇਹਨੇ ਕਾਮ ਕ੍ਰੋਧ ਅਹੰਕਾਰ ਵਿਗੁੱਤੀ ਇਹਨਾਂ ਵਿਕਾਰਾਂ ਵਿੱਚ ਹੀ ਫਸ ਗਈ। ਕਾਮ ਅਸੀਂ ਸਾਰੇ ਸਮਝਦੇ ਹਾਂ, ਸੀਮਾ ਤੋਂ ਵੱਧੀ ਹੋਈ ਕਹਿ ਸਕਦੇ ਹਾਂ ਅਜਿਹੀ ਵਾਸਨਾ, ਜਿਹਦਾ ਕਹਿ ਸਕਦੇ ਹਾਂ ਕਿ ਮਕਸਦ ਹੈ ਕੋਈ ਇੱਦਾਂ ਖਾਸ ਮਕਸਦ ਨਹੀਂ ਹੈ, ਬਸ ਇਹ ਹੈ ਕਿ ਉਸ ਨੂੰ ਲੱਗਦਾ ਹੈ ਕਿ ਹਾਂ ਜੀ ਮੈਨੂੰ ਇਹਦੇ ਨਾਲ ਸੈਟਿਸਫੈਕਸ਼ਨ ਮਿਲ ਰਿਹਾ, ਮੈਨੂੰ ਖੁਸ਼ੀ ਮਿਲ ਰਹੀ ਹੈ, ਪਰ ਅਸਲ ਵਿੱਚ ਉਹ ਹੋਰ ਤੋਂ ਹੋਰ ਉਹਦੇ ਵਿੱਚ ਉਲਝੀ ਜਾ ਰਿਹਾ, ਫਸੀ ਜਾ ਰਿਹਾ। ਕੋਈ ਵੀ ਅਜਿਹਾ ਕਹਿ ਸਕਦੇ ਹਾਂ ਕਿ ਹੁਣ ਜਿਵੇਂ ਆਪਾਂ ਕਹਿੰਦੇ ਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਜੋ ਹੁਣ ਇੱਕ ਕਹਿ ਸਕਦੇ ਹਾਂ ਕਿ ਇੱਕ ਵਿਕਾਰ ਨੇ, ਪਰ ਹੁਣ ਚਾਹੇ ਤੇ ਇਹਦਾ ਯੂਜ਼ ਕਰ ਸਕਦੀ ਹੈ, ਚਾਹੇ ਤੇ ਇਹਨੂੰ ਅਸੀਂ ਮਿਸਯੂਜ਼ ਵੀ ਕਰ ਸਕਦੇ ਹਾਂ। ਹੁਣ ਕਾਮ ਜਿਹੜਾ, ਹੁਣ ਕਾਮ ਅਗਰ ਨਾ ਹੋਏ ਤੇ ਪੂਰੀ ਦੁਨੀਆ ਹੀ ਨਾ ਹੋਏ, ਹੈ ਨਾ, ਤੇ ਉਹਦਾ ਮਕਸਦ ਹੈ ਨਾ ਇੱਕ। ਪਰ ਹੁਣ ਬੇਫਜ਼ੂਲ ਕਾਮ ਹੀ ਬੰਦਾ ਪੂਰਾ ਦਿਨ ਕਰਦਾ ਰਹੇ, ਹੈ ਨਾ, ਆਪਣਾ ਮਨ ਗੰਦਾ ਕਰਦਾ ਰਹੇ, ਤੇ ਫਿਰ ਉਹ ਕੀ ਹੈ ਜੀ, ਉਹ ਇੱਕ ਵਿਕਾਰ ਹੈ। ਤੇ ਹੁਣ ਇਹ ਕੀ ਹੈ ਜੀ, ਕਾਮ ਕ੍ਰੋਧ, ਹੁਣ ਗੁੱਸਾ। ਹੁਣ ਕਈ ਵਾਰ ਅਸੀਂ ਦੇਖਿਆ ਜਾਂਦਾ ਹੈ ਬੱਚਿਆਂ ਨੂੰ ਕਈ ਵਾਰ ਗੁੱਸਾ ਵੀ ਹੋਣਾ ਪੈਂਦਾ ਹੈ, ਪੈਰੈਂਟਸ ਜਿਹੜੇ ਨੇ ਡਾਂਟਦੇ ਨੇ, ਬੱਚਾ ਅਗਰ ਨਹੀਂ ਪੜ੍ਹ ਰਿਹਾ ਤੇ ਕਈ ਵਾਰ ਉਹਨੂੰ ਕਹਿਣਾ ਵੀ ਪੈਂਦਾ ਗੁੱਸੇ ਦੇ ਨਾਲ, ਤੇ ਕੀ ਹੁਣ ਗੁੱਸਾ ਮਾੜਾ ਹੈ, ਉਸ ਵੇਲੇ ਉਹ ਗੁੱਸੇ ਦਾ ਸਹੀ ਯੂਜ਼ ਹੋ ਰਿਹਾ ਤੇ ਗੁੱਸਾ ਸਹੀ ਹੈ, ਪਰ ਜਦ ਸੀਮਾ ਤੋਂ ਵੱਧ ਜਾਂਦਾ ਤੇ ਇਹੀ ਫਿਰ ਵਿਕਾਰ ਹੈ ਨਾ। ਕਾਮ ਕ੍ਰੋਧ ਅਹੰਕਾਰ, ਹੁਣ ਦੇਖੋ ਅਗਰ ਬੰਦੇ ਵਿੱਚ ਇੱਕ ਕਹਿ ਸਕਦੇ ਹਾਂ ਕਿ ਕੌਨਫੀਡੈਂਟ ਹੋਏ, ਹੈ ਨਾ, ਕਿ ਆਤਮ ਵਿਸ਼ਵਾਸ ਹੋਏ, ਤੇ ਤਾਂ ਹੀ ਉਹ ਕੋਈ ਕੰਮ ਕਰ ਸਕਦਾ ਹੈ। ਅਗਰ ਕੌਨਫੀਡੈਂਟ ਹੀ ਨਾ ਹੋਏ
तो विश्वास किवें करे? वो काम ही नहीं कर पाएगा कोई, अपने ते विश्वास ही नहीं ਉਹਨੂੰ है ना। तो ये तो जरूरी है। पर अगर ओवर कॉन्फिडेंट हो गया, वो फिर हो गया अहंकार, ईगो हो गई। तो फिर अहंकार वाला किहड़ा है, ਉਹਨੂੰ ਅਸੀਂ ਕਹਿੰਦੇ ਜੀ ਇਹ ਤੇ ਹੁਣ ਫਸਿਆ ਹੋਇਆ ਆਪਣੇ ਆਪ ਵਿੱਚ ਹੀ। ਅਹੰਕਾਰ ਉਹੀ ਇੱਕ ਕੌਨਫੀਡੈਂਸ ਸੀ, ਅਗਰ ਉਹ ਲਿਮਿਟਿਡ ਸੀ, ਅਗਰ ਓਵਰ ਕੌਨਫੀਡੈਂਟ ਹੋ ਗਿਆ ਤੇ ਉਹ ਫਿਰ ਵਿਕਾਰ ਹੋ ਗਿਆ, ਉਹ ਅਹੰਕਾਰ ਹੋ ਗਿਆ। ਇਸੇ ਤਰੀਕੇ ਨਾਲ ਸਾਨੂੰ ਸਮਝਣਾ ਹੈ ਕਾਮ, ਕ੍ਰੋਧ, ਅਹੰਕਾਰ, ਵਿਗੁੱਤੀ ਕੀ ਇਸ ਇਹਨਾਂ ਚੀਜ਼ਾਂ ਵਿੱਚ ਅਸੀਂ ਫਸ ਗਏ। ਹੋਮੈ ਲੱਗੀ ਤਾਤੇ, ਹੁਣ ਜਿਹੜੀ ਹੈ ਨਾ ਬੜੀ ਗੰਦੀ ਵਾਲੀ ਜਿਹੜੀ ਹੋਮੇ ਹੈ, ਉਹ ਹੁਣ ਅੰਦਰ ਇੱਕ ਸਾਨੂੰ ਚਿਮੜੀ ਹੋਈ ਹੈ। ਕਿਉਂਕਿ ਸਾਨੂੰ ਹੋਮ ਹੈ ਯਾਨੀ ਕਿ ਆਪਣਾਪਨ ਤੇ ਨਜ਼ਰ ਆ ਰਿਹਾ ਹੈ, ਪਰ ਇਸ ਦੇ ਅੰਦਰ ਜਿਹੜਾ ਵਸ ਰਿਹਾ ਉਹ ਨਜ਼ਰ ਨਹੀਂ ਆ ਪਾ ਰਿਹਾ। ਕਿਉਂਕਿ ਹੋਮੈ ਜਿਹੜੀ ਹੈ ਨਾ, ਉਹਦਾ ਪਰਦਾ ਹੋਇਆ ਹੋਇਆ ਨਾ, ਉਹਦੇ ਪਰਦੇ ਦੇ ਕਾਰਨ ਜਿਹੜੀ ਅਸਲ ਜਿਹੜੀ ਤੱਤ ਦੀ ਚੀਜ਼ ਹੈ ਉਸ ਤੱਕ ਅਸੀਂ ਪਹੁੰਚ ਨਹੀਂ ਪਾ ਰਹੇ, ਉਸ ਨੂੰ ਆਪਾਂ ਦੇਖ ਨਹੀਂ ਪਾ ਰਹੇ। ਕਾਰਨ ਕੀ ਹੈ? ਹੋਮੈ। ਹੋਮੈ ਦੇ ਕਾਰਨ ਸਿਰਫ ਆਪਣੇ ਆਪ ਨੂੰ ਹੀ ਅਸੀਂ ਹਰ ਜਗ੍ਹਾ ਕਹਿ ਸਕਦੇ ਹਾਂ ਕਿ ਅੱਗੇ ਰੱਖ ਰਹੇ ਹਾਂ, ਆਪਣੇ ਬਾਰੇ ਸੋਚ ਰਹੇ ਹਾਂ, ਆਪਣੇ ਲਈ ਹੀ ਜੀ ਰਹੇ ਹਾਂ। ਇਹੀ ਤੇ ਹੋਮੈ। ਤੇ ਇਹ ਹੋਮੈ ਜਿਹੜੀ ਹੈ ਇਹ ਕੀ ਕਰ ਰਹੀ ਹੈ ਜੀ? ਰੋਜ਼ ਰੋਜ਼ ਖੁਆਰ ਕਰੀ ਜਾ ਰਹੀ ਹੈ, ਸਾਡਾ ਨੁਕਸਾਨ ਕਰੀ ਜਾ ਰਹੀ ਹੈ। ਹੋਮੈ ਲੱਗੀ ਤਾਤੇ ਉਡਰ ਹੰਸ ਚਲਿਆ ਫਰਮਾਇਆ। ਉਡਰ ਹੰਸ ਇਹਦਾ ਭਾਵ ਸਮਝ, ਜਿਵੇਂ ਅਗਰ ਵਰਡ ਟੂ ਵਰਡ ਅਰਥ ਕਰਾਂਗੇ ਕਿ ਹੰਸ ਉੱਡ ਗਿਆ ਹੈ ਨਾ, ਪਰ ਹੰਸ ਉਹਨੇ ਇੱਥੇ ਕਿਹਨੂੰ ਕਿਹਾ? ਜੀਵ ਆਤਮਾ ਨੂੰ। ਕਿਉਂਕਿ ਜੋ ਇਹ ਸਰੀਰ ਹੈ ਸਾਡੇ ਅੰਦਰ ਇੱਕ ਜੀਵ ਆਤਮਾ ਹੈ ਨਾ, ਤੇ ਉਹਨੇ ਇੱਕ ਦਿਨ ਇਸ ਸਰੀਰ ਨੂੰ ਛੱਡ ਦੇਣਾ। ਤੇ ਜਦ ਉਡਰ ਹੰਸ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ, ਫਿਰ ਇੱਕ ਦਿਨ ਕੀ ਹੋਣਾ ਜੀ? ਉਡਰ ਹੰਸ ਭਾਵ ਜਿਹੜੀ ਜੀਵ ਆਤਮਾ ਹੈ ਉਸਨੇ ਇਸ ਸਰੀਰ ਨੂੰ ਛੱਡ ਹੀ ਦੇਣਾ ਹੈ ਨਾ, ਹਮੇਸ਼ਾ ਲਈ ਤੇ ਉਹ ਨਹੀਂ ਹੈ ਨਾ। ਉਹ ਜਿਹੜਾ ਕਹਿ ਸਕਦੇ ਹਾਂ ਹੁਣ ਉਹ ਜੀਵ ਆਤਮਾ ਕੌਣ ਹੈ? ਉਸ ਪਰਮਾਤਮਾ ਦਾ ਅੰਸ਼ ਹੈ। ਉਸਨੇ ਸਾਡੇ ਅੰਦਰੋਂ ਸਾਡੇ ਜੀਵਨ ਨੂੰ ਕੁਝ ਸਮਾਂ ਦਿੱਤਾ ਹੈ। ਉਸ ਸਮੇਂ ਵਿੱਚ ਅਗਰ ਅਸੀਂ ਉਹਦਾ ਯੂਜ਼ ਕਰਕੇ ਤੇ ਵਾਹ ਭਲਾ, ਅਗਰ ਨਹੀਂ ਕਰ ਪਾਏ ਤੇ ਫਿਰ ਇੱਕ ਸਮਾਂ ਆਣਾ ਹੈ ਜਿਸ ਦਿਨ ਉਸਨੇ ਸਰੀਰ ਨੂੰ ਛੱਡ ਦੇਣਾ ਉਸ ਜੀਵ ਆਤਮਾ ਨੇ। ਤੇ ਭਸਮੈ ਭਸਮ ਸਮਾਣੀ, ਭਸਮੈ ਹੋ ਗਿਆ ਮਿੱਟੀ ਹੈ ਨਾ, ਤੇ ਭਸਮ ਵੀ ਮਿੱਟੀ ਹੈ। ਤੇ ਮਿੱਟੀ ਦੇ ਅੰਦਰ ਮਿੱਟੀ ਜਿਹੜੀ ਹੈ ਇੱਕ ਦਿਨ ਜਾ ਕੇ ਸਮਾ ਜਾਣੀ ਹੈ, ਸਮਾ ਜਾਂਦੀ ਹੈ, ਅਸੀਂ ਦੇਖਦੇ ਹੀ ਹੈ ਨਾ। ਭਸਮੈ ਭਸਮ ਸਮਾਣੀ ਭਾਵ ਇਹ ਜੋ ਸਾਡੀ ਜਿਹੜੀ ਜੋ ਸਰੀਰ ਹੈ ਇਹ ਮਿੱਟੀ ਹੈ ਨਾ, ਤੇ ਇੱਕ ਦਿਨ ਇਹਨੇ ਕੀ ਕਰਨਾ ਜੀ? ਮਿੱਟੀ ਵਿੱਚ ਜਾ ਕੇ ਹੀ ਮਿਲ ਜਾਣਾ। ਭਸਮੈ ਭਸਮ ਸਮਾਣੀ। ਤੇ ਉਦੋਂ ਫਿਰ ਹੁਣ ਸਾਡੇ ਕੋਲ ਥੋੜੀ ਨਾ ਕੁਝ ਹੋ ਪਾਏਗਾ, ਕੋਈ ਮੌਕਾ ਹੀ ਨਹੀਂ ਹੋਏਗਾ। ਮੌਕਾ ਤੇ ਇਹੀ ਹੈ ਨਾ। ਤੇ ਨਾਨਕ ਸੱਚੇ ਨਾਮ ਵਿਹੂਣੀ, ਕਿ ਨਾਨਕ ਤੇ ਸੱਚੇ ਨਾਮ ਵਿਹੂਣੀ, ਕਿ ਸੱਚੇ ਨਾਮ ਦੇ ਬਿਨਾ ਇਹ ਨਾਨਕ, ਕਿਉਂਕਿ ਇਹ ਤੁਖਾਰੀ ਮਹਿਲਾ ਪਹਿਲਾ ਹੈ ਨਾ, ਤੇ ਇਹ ਨਾਨਕ ਆਪਾਂ ਐਸੇ ਵਰਤਾਂਗੇ ਸੱਚੇ ਨਾਮ ਵਿਹੂਣੀ, ਕਿ ਸੱਚੇ ਨਾਮ ਤੋਂ ਵਿਹੂਣੀ ਭਾਵ ਸੱਚੇ ਨਾਮ ਤੋਂ ਬਗੈਰ। ਸਿੱਧੇ ਅਰਥ ਸ਼ਬਦਾਂ ਵਿੱਚ ਆਪਾਂ ਗੱਲ ਕਰੀਏ ਕਿ ਸੱਚੇ ਨਾਮ ਤੋਂ ਬਗੈਰ ਭੁੱਲ ਭੁੱਲ ਪਛੋਤਾਣੀ, ਕਿ ਬਈ ਇਹ ਭੁੱਲ ਭੁੱਲ ਕੇ ਨਾ ਬਾਰ ਬਾਰ, ਯਾਨੀ ਕਿ ਭੁੱਲ ਭੁੱਲ ਭਾਵ ਬਾਰ ਬਾਰ ਹੀ ਪਛਤਾ ਰਹੀ ਹੈ। ਇਸ ਨੂੰ ਇਹਦਾ ਹਾਲੇ ਤੱਕ ਸਮਝ ਨਹੀਂ ਆਇਆ ਕਿ ਕਾਰਨ ਕੀ ਸੀਗਾ, ਮੈਨੂੰ ਆਖਿਰ ਨਾਮ ਜਪਣਾ ਕਿਉਂ ਸੀਗਾ, ਸਮਝ ਹੀ ਨਹੀਂ ਆਈ। ਜਦ ਨਾਮ ਜਪਣਾ ਜ਼ਿੰਦਗੀ ਤੋਂ ਕਹਿ ਸਕਦੇ ਹਾਂ ਨਿਕਲ ਗਿਆ ਤੇ ਇਹਦਾ ਧਿਆਨ ਦੂਜੇ ਪਾਸੇ ਹੋਣ ਲੱਗ ਗਿਆ, ਤੇ ਧੀਰੇ ਧੀਰੇ ਇਸ ਨੂੰ ਉਹਦੀ ਅਹਿਮੀਅਤ ਮਹਿਸੂਸ ਹੋਣ ਲੱਗ ਗਈ, ਤੇ ਫਿਰ ਇਹਨੂੰ ਪਛਤਾਵਾ ਹੋਇਆ। ਠੀਕ ਹੈ ਜੀ। ਹੁਣ ਇਹਦੇ ਵਿੱਚ ਦੋ ਗੱਲਾਂ ਹੋ ਸਕਦੀਆਂ ਹਨ, ਜਾਂ ਤਾਂ ਬਈ ਪਛਤਾਉਂਦੇ ਰਹੀਏ ਕਿ ਹਾਂਜੀ ਅਸੀਂ ਤਾਂ ਨਾਮ ਨਹੀਂ ਜਪ ਸਕਦੇ ਜੀ, ਅਸੀਂ ਤਾਂ ਨਾਮ ਨਹੀਂ ਜਪ ਸਕਦੇ, ਅਸੀਂ ਤਾਂ ਜਪਿਆ ਹੀ ਨਹੀਂ ਜੀ, ਸਾਡਾ ਤਾਂ ਸਮਾਂ ਹੀ ਨਿਕਲ ਗਿਆ ਜੀ, ਹੈ ਨਾ। ਇੱਕ ਹੋਰ ਵੀ ਗੱਲ ਹੋ ਸਕਦੀ ਹੈ ਕਿ ਚਲੋ ਜੋ ਸਮਾਂ ਗਿਆ ਸੋ ਗਿਆ, ਜੋ ਸਾਡੇ ਹੱਥੋਂ ਨਿਕਲ ਗਿਆ, ਕੋਈ ਗੱਲ ਨਹੀਂ, ਨਹੀਂ ਸਮਝ ਸੀ, ਅਸੀਂ ਅਣਜਾਣੇ ਪੁੰਨੇ ਵਿੱਚ ਕਹਿ ਸਕਦੇ ਹਾਂ ਕਿ ਉਹਦੀ ਅਹਿਮੀਅਤ ਨਹੀਂ ਸਮਝ ਪਾਏ। ਪਰ ਕੀ ਹੁਣ ਵੀ ਸਾਡੇ ਕੋਲ ਮੌਕਾ ਨਹੀਂ ਹੈ? ਗੁਰੂ ਸਾਹਿਬ ਕਹਿੰਦੇ ਬਿਲਕੁਲ ਹੈ, ਕਿ ਜਦ ਤੱਕ ਤੂੰ ਜਿੰਦਾ ਹੈ ਨਾ ਤਦ ਤੱਕ ਬਿਲਕੁਲ ਤੇਰੇ ਕੋਲ ਮੌਕਾ ਹੈ। ਤੂੰ ਅੱਜ ਵੀ ਗੁਰੂ ਸਾਹਿਬ ਦੇ ਕਹਿ ਸਕਦੇ ਹਾਂ ਕਿ ਢਹਿ ਢੇਰੀ ਹੋ ਕੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਆਪਣੀ ਭੁੱਲ ਬਖਸ਼ਾ ਲੈ, ਤੇ ਗੁਰੂ ਸਾਹਿਬ ਦੇ ਅੱਗੇ ਕਹਿ ਸਕਦੇ ਹਾਂ ਕਿ ਅਰਦਾਸ ਬੇਨਤੀ ਜੋਦੜੀ ਕਰ ਕਿ ਗੁਰੂ ਸਾਹਿਬ ਆਪ ਜੀ ਕਿਰਪਾ ਕਰੋ, ਸਿਰ ਤੇ ਮੇਰ ਪਰ ਹੱਥ ਰੱਖ ਕੇ ਜਿਹੜੇ ਰਹਿੰਦੇ ਮੇਰੇ ਸਵਾਸ ਹਨ ਉਹ ਆਪਣੇ ਲੇਖੇ ਲਾ ਲਓ। ਬਾਬਾ ਜੀ ਮੈਨੂੰ ਨਹੀਂ ਸਮਝ, ਮੈਂ ਤੇਰਾ ਵਿਕਾਰਾਂ ਵਿੱਚ ਹਮੇਸ਼ਾ ਉਲਝ,
ਜੇ ਕਿੱਥੇ ਕਰ ਦੋ ਆਪਣੀ ਮੇਰ ਵਾਲੀ ਨਦਰ, ਤੇ ਕਿੱਥੇ ਪੈ ਜਾਏ ਮੇਰੀ ਵੀ ਇਸ ਜੱਗ ਤੇ ਕਦਰ। ਤੇ ਇਹ ਗੁਰੂ ਸਾਹਿਬ ਜਿਹੜੇ ਹਨ ਉਹ ਬਿਲਕੁਲ ਕਦਰ ਪਵਾ ਸਕਦੇ ਹਨ। ਇਹ ਜੀਵਨ ਸਫਲਾ ਕਰ ਹੀ ਗੁਰੂ ਸਾਹਿਬ ਸਕਦੇ ਹਨ। ਠੀਕ ਹੈ। ਤੇ ਗੁਰੂ ਸਾਹਿਬ ਕਿਉਂਕਿ ਸਾਨੂੰ ਸਮਝਦੇ ਹਨ, ਉਹ ਜਾਣਦੇ ਨੇ ਇੱਕ ਬੱਚਾ ਹੈ, ਜਿਵੇਂ ਇੱਕ ਮਾਂ ਹੁੰਦੀ ਹੈ ਹਨਾ, ਉਸ ਨੂੰ ਸਮਝ ਹੈ ਕਿ ਬੱਚੇ ਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ, ਬੱਚੇ ਲਈ ਕੀ ਸਹੀ ਹੈ ਕੀ ਨਹੀਂ ਹੈ। ਪਰ ਬੱਚੇ ਨੂੰ ਕਈ ਵਾਰ ਨਹੀਂ ਸਮਝ ਆਉਂਦੀ, ਕਈ ਵਾਰ ਉਹ ਐਸੀ ਚੀਜ਼ਾਂ ਵੱਲ ਹੱਥ ਪਾਉਂਦਾ ਹੈ ਜਿਸ ਨਾਲ ਉਹਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਬੱਚਾ ਤੇ ਅੱਗ ਨਾਲ ਖੇਡਣ ਦੀ ਵੀ ਕੋਸ਼ਿਸ਼ ਕਰਦਾ ਹੈ ਨਾ, ਪਰ ਮਾਂ ਰੋਕਦੀ, ਮਾਂ ਨੂੰ ਪਤਾ ਨਹੀਂ ਇਹ ਗਲਤ ਹੈ, ਆਪਣਾ ਹੱਥ ਸਾੜ ਲਏਗਾ, ਇਹਨੂੰ ਸਮਝ ਨਹੀਂ ਹੈ, ਮਾਂ ਰੋਕ ਦਿੰਦੀ ਹੈ। ਇਸੇ ਤਰੀਕੇ ਨਾਲ ਸਾਡੇ ਗੁਰੂ ਸਾਹਿਬਾਨ, ਉਹਨਾਂ ਨੂੰ ਸਭ ਸਮਝ ਹੈ, ਉਹਨਾਂ ਨੂੰ ਪਤਾ ਅਸੀਂ ਅਣਜਾਣਪੁਣੇ 'ਚ ਕਈ ਵਾਰ ਅਜਿਹੇ ਕੁਰਾਹੇ ਪੈ ਜਾਂਦੇ ਹਾਂ ਜਿਸ ਕਾਰਨ ਸਾਨੂੰ ਇੱਕ ਵੱਡਾ ਨੁਕਸਾਨ ਹੁੰਦਾ। ਸਾਡੀ ਜ਼ਿੰਦਗੀ ਜਿਹੜੀ ਹੈ ਉਹ ਕਿੱਥੇ ਸਵਰਗ ਤੋਂ ਸਿੱਧਾ ਨਰਕ ਵਿੱਚ ਢਹਿ ਪੈਂਦੀ ਹੈ। ਤੇ ਗੁਰੂ ਸਾਹਿਬ ਸਮਝਦੇ ਨੇ ਇਸ ਚੀਜ਼ ਨੂੰ, ਤੇ ਉਹ ਬਿਲਕੁਲ ਕਹਿ ਸਕਦੇ ਹਾਂ ਕਿ ਸਾਨੂੰ ਕੱਢ ਸਕਦੇ ਹਨ, ਉਹੀ ਕੱਢ ਸਕਦੇ ਹਨ, ਉਸ ਤੋਂ ਇਲਾਵਾ ਹੋਰ ਕੋਈ ਹੈ ਹੀ ਨਹੀਂ। ਤੇ ਅਸੀਂ ਜੋ ਭੁੱਲੇ ਹਾਂ, ਅਸੀਂ ਮੰਨਦੇ ਹਾਂ ਕਿ ਅਸੀਂ ਬਾਬਾ ਜੀ ਅਣਜਾਣਪੁਣੇ 'ਚ ਭੁੱਲ ਗਏ ਸੀ, ਤੇ ਅਸੀਂ ਅੱਜ ਭੁੱਲ ਕੇ ਵਾਰ-ਵਾਰ ਸਾਡੇ ਮਨ ਨੂੰ ਪਛਤਾਵਾ ਵੀ ਹੋ ਰਿਹਾ ਹੈ। ਪਰ ਤੁਸੀਂ ਕਿਰਪਾ ਕਰੋ ਸਾਡੇ ਤੇ, ਆਪਣਾ ਸਿਰ ਤੇ ਕਹਿ ਸਕਦੇ ਹਾਂ ਕਿ ਮੇਰ ਭਰੇ ਹੱਥ ਰੱਖ ਕੇ ਬਾਕੀ ਜਿਹੜੇ ਸਵਾਸ ਰਹਿ ਗਏ ਹਨ ਉਹਨਾਂ ਨੂੰ ਆਪ ਜੀ ਸਫਲਾ ਕਰਵਾ ਦਿਓ। ਆਪ ਜੀ ਦੀ ਕਹਿ ਸਕਦੇ ਹਾਂ ਕਿ ਸਿਰਫ ਆਪ ਜੀ ਦੀ ਹੀ ਸਾਨੂੰ ਕਹਿ ਸਕਦੇ ਹਾਂ ਓਟ, ਆਪ ਜੀ ਦਾ ਹੀ ਸਾਨੂੰ ਆਸਰਾ ਹੈ, ਉਸ ਤੋਂ ਇਲਾਵਾ ਸਾਡਾ ਹੋਰ ਕੋਈ ਨਹੀਂ ਹੈ। ਤੇ ਇਸੇ ਤਰੀਕੇ ਨਾਲ ਅਸੀਂ ਇਹ ਜਿਵੇਂ ਪਹਿਲਾ ਪਦਾ ਵਿਚਾਰਿਆ ਹੈ, ਇਸ ਦੇ ਹੋਰ ਵੀ ਪਦੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖੇ ਤੇ ਭੁੱਲਾ ਚੁੱਕਾ ਦੀ ਖਿਮਾ, ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।